ਤੱਕ ਦੀ ਜਿਹੜੀ ਜਾਂਚ ਤੋਂ ਬਾਅਦ ਕੀ ਨਿਕਲਿਆ ਹੈਗਾ? ਸਾਡਾ ਜੀ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਹੈਗੀ ਆ। ਮਿਤੀ 13/9 ਨੂੰ ਪਰਮਜੀਤ ਸਿੰਘ ਸਨ ਆਫ ਗੁਰਮੇਲ ਸਿੰਘ ਵੱਲੋਂ ਤਖਤ ਸ਼੍ਰੀ ਕੇਸ਼ਗੜ੍ਹ ਸਾਹਿਬ ਵਿੱਚ ਸਿਗਰਟ ਪੀ ਕੇ ਬੇਅਦਬੀ ਕੀਤੀ ਗਈ ਸੀ। ਉਸ ਸੰਬੰਧੀ ਅਸੀਂ 122 ਨੰਬਰ ਮੁਕੱਦਮਾ ਦਰਜ ਕੀਤਾ ਸੀ ਅੰਡਰ ਸੈਕਸ਼ਨ 295 ਇਹ ਤੋਂ ਬਾਅਦ 16 ਤਰੀਕ ਨੂੰ ਇਹਦੇ ਵਿੱਚ ਕੁਝ ਸੈਕਸ਼ਨਸ ਦਾ UAPA ਦਾ ਵਾਧਾ ਕੀਤਾ ਗਿਆ। 153 IPC 153 ਇਹਨਾਂ ਦਾ ਵਾਧਾ ਵੀ ਕੀਤਾ ਗਿਆ ਸੀ ਤੇ ਇਹਦੇ ਵਿੱਚ ਸਾਡੇ ਕੋਲ ਕਾਫੀ ਪੁਆਇੰਟਸ ਆਏ हैं। ਇਹਦੀ ਸਾਡੀ ਤਫਤੀਸ਼ ਚੱਲ ਰਹੀ ਹੈ। ਇਹਨੂੰ ਪਹਿਲਾਂ ਰਿਮਾਂਡ ਤੇ ਲਿਆ ਗਿਆ, ਫਰਦਰ ਦੁਬਾਰਾ ਰਿਮਾਂਡ 21 ਤੱਕ ਇਹਨਾਂ ਦਾ ਰਿਮਾਂਡ ਹਾਸਲ ਕੀਤੀ ਹੈ। ਇਹਦੇ ਵਿੱਚ ਸਾਨੂੰ ਇਹ ਪਤਾ ਲੱਗਦਾ ਵੀ ਇਹ 12 ਤਰੀਕ ਨੂੰ ਆਪਣੇ ਘਰੋਂ ਲੁਧਿਆਣੇ ਤੋਂ ਤਕਰੀਬਨ 9-10 ਤੇ ਉੱਥੋਂ ਚੱਲਦਾ ਹੈ ਤੇ ਸਾਡੇ ਕੋਲ ਫੁਟੇਜ ਵੀ ਹੈਗੀ ਜਿੱਥੇ ਸਾਨੂੰ ਰਸਤੇ 'ਚ ਮਿਲੀਆਂ 4-5 ਥਾਂ ਦੀ ਸਾਡੇ ਕੋਲ ਫੁਟੇਜ ਹੈ ਜਿਹਦੇ ਵਿੱਚ ਸਾਨੂੰ ਇਹ ਦਿਖਦਾ ਹੈ ਕਿ ਇਹ ਇਕੱਲਾ ਹੀ ਉੱਥੋਂ ਆ ਰਿਹਾ ਹੈ ਤੇ ਤਕਰੀਬਨ 12:10-11 ਤੱਕ ਇਹ ਇੱਥੇ ਦੀ ਪਾਰਕਿੰਗ ਹੈਗੀ ਜਿਹੜੀ ਕੇਸ਼ਗੜ੍ਹ ਸਾਹਿਬ ਦੀ ਰਾਤ ਨੂੰ PM ਇਹ 9-10 ਦੇ ਕਰੀਬ ਰਾਤ ਨੂੰ ਆਪਣੇ ਘਰੋਂ ਚੱਲਦਾ ਤੇ ਸਵੇਰੇ 12-11 AM ਦੇ ਲਾਗੇ ਇਹ ਕੇਸ਼ਗੜ੍ਹ ਸਾਹਿਬ ਦੀ ਪਾਰਕਿੰਗ 'ਚ ਪਹੁੰਚ ਜਾਂਦਾ। ਫਿਰ ਇਹ ਕੁਝ ਦੇਰ ਉੱਥੇ ਬੈਠਾ ਰਹਿੰਦਾ। ਪੂਰਾ ਤੁਹਾਨੂੰ ਅਸੀਂ ਜਿਹੜਾ ਪ੍ਰੈਸ ਨੋਟ ਹੈ ਉਹਦੇ ਵਿੱਚ ਲਿਖਿਆ ਵੀ ਕਦ ਕਿਵੇਂ ਹੋਇਆ। ਇਹ ਤਕਰੀਬਨ 4:30 ਵਜੇ ਦਾ ਟਾਈਮ ਹੈ ਜਿਸ ਵੇਲੇ ਇਹ ਉੱਥੇ ਬੇਅਦਬੀ ਕਰਦਾ ਹੈ ਸਿਗਰਟ ਚਲਾ ਕੇ। ਤੋਂ ਮੌਕੇ ਤੋਂ ਇਹਨੂੰ ਫੜ ਕੇ ਫਿਰ ਇਹਦੇ 'ਚ ਅਸੀਂ ਪਰਚਾ ਰਜਿਸਟਰ ਕਰਕੇ ਤੇ ਅਗਲੀ ਤਫਤੀਸ਼ ਚੱਲ ਰਹੀ ਹੈ। ਇਹਦੇ 'ਚ ਦੇਖੋ ਹੁਣ ਤੱਕ ਦੀ ਕਈ ਗੱਲਾਂ ਸਾਹਮਣੇ ਆਈ ਹੈ ਜੋ ਇਹਦੀ ਪੂਰੀ ਜਾਂਚ ਅਸੀਂ ਇਹਦਾ ਪੂਰਾ ਰਿਕਾਰਡ ਹਾਸਲ ਕਰ ਰਹੇ ਹਾਂ ਜੋ ਇਹਦਾ ਕਾਫੀ ਰਿਕਾਰਡ ਹੈ। ਅਸੀਂ CCTV ਸਾਡੇ ਕੋਲ ਇਹਦੀ ਫੁਟੇਜ ਹੈ। ਇਹਦੇ ਨੇੜੇ ਦੇ ਘਰ ਦੀ ਸਾਡੇ ਕੋਲ 2 ਮਹੀਨੇ ਦੀ ਫੁਟੇਜ ਆ ਗਈ ਹੈ ਜਿਹਨੂੰ ਅਸੀਂ ਪੂਰਾ ਖੰਗਾਲ ਰਹੇ ਹਾਂ ਵੀ ਇਹਨੂੰ ਕਿਹੜੇ ਬੰਦੇ ਮਿਲਦੇ ਰਹੇ ਹੈ ਵੀ ਕੀ ਆਉਂਦਾ ਰਿਹਾ। ਸਾਡੇ ਕੋਲ ਇਹ ਵੀ ਪਤਾ ਲੱਗਿਆ ਵੀ ਇਹਨੇ ਇੱਕ ਵਾਰੀ ਪਹਿਲਾਂ ਵੀ ਕਿਸੇ ਡੇਰੇ 'ਚ ਇਹਨੇ ਇੱਦਾਂ ਬੇਅਦਬੀ ਦੀ ਘਟਨਾ ਹੋਈ ਹੈ। ਉੱਥੋਂ ਇਹਨੂੰ ਕੁੱਟਿਆ ਮਾਰਿਆ ਗਿਆ ਸੀ ਤੇ ਉੱਥੇ ਹਸਪੀਟਲ 'ਚ ਵੀ ਇਹ ਐਡਮਿਟ ਹੋਇਆ ਸੀ। ਇਹਦਾ ਪੂਰਾ ਸੋਸ਼ਲ ਮੀਡੀਆ ਰਿਕਾਰਡ ਦੇਖਿਆ ਜਾ ਰਿਹਾ। ਆ ਤੁਸੀਂ ਦੇਖੋਗੇ ਫੇਸਬੁੱਕ ਦਾ ਟੋਟਲ ਇਹਦਾ ਰਿਕਾਰਡ ਅਸੀਂ ਫ੍ਰੀਜ਼ ਕਰ ਲਿਆ। ਇਹਦਾ ਫੋਨ ਅਸੀਂ ਫੋਰੈਂਸਿਕ 'ਚ ਦਿੱਤਾ ਗਿਆ ਹੈ, ਲੈਬ 'ਚ ਦਿੱਤਾ ਗਿਆ ਵੀ ਉਹਦੇ 'ਚ ਜਿੰਨਾ ਡਾਟਾ ਹੈਗਾ ਸੋਸ਼ਲ ਮੀਡੀਆ ਦਾ, ਹੋਰ ਕੋਈ ਜੇ ਇਹਨੇ ਕੋਈ ਚੀਜ਼ ਡਿਲੀਟ ਕਰਤੀ ਹੈ ਉਹ ਵੀ ਉਹਦੇ 'ਚ ਰਿਟਰੀਵ ਹੋ ਕੇ ਆ ਜਾਏਗੀ। ਇਹਨਾਂ ਸਾਰੇ ਪੱਖਾਂ 'ਚ ਅਸੀਂ ਤਫਤੀਸ਼ ਸਾਡੀ ਜਾਰੀ ਹੈ। ਇਹਦੀ ਬੈਂਕ ਅਕਾਊਂਟਸ ਦੇਖੇ ਗਏ, ਇਹਦੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਦੇਖੀ ਗਈਆਂ, ਕੁਝ ਗੱਲਾਂ ਚੱਲੀਆਂ ਸੀ ਵੀ ਕਿੱਥੋਂ ਇਹਨੂੰ ਪੈਸਾ ਆ ਰਿਹਾ, ਉਹ ਸਾਰਾ ਡਾਟਾ ਅਸੀਂ ਲੈ ਲਿਆ ਹੈ ਤੇ ਉਸ ਟੋਟਲ ਡਾਟੇ ਦੇ ਤਫਤੀਸ਼ ਕੀਤੀ ਜਾ ਰਹੀ ਹੈ। ਬੜੀ ਬਰੀਕੀ ਨਾਲ ਅਸੀਂ ਸਿੱਟ ਬਣਾਈ ਗਈ ਹੈ। ਇੱਕ SSP ਸਾਹਿਬ ਵੱਲੋਂ ਹਰੇਕ ਨੂੰ ਇੰਡੀਵਿਜੂਅਲ ਰਿਸਪੌਂਸਿਬਿਲਿਟੀ ਦਿੱਤੀ ਗਈ ਹੈ। ਕਿਸੇ ਨੂੰ ਫਾਈਨੈਂਸ਼ੀਅਲ ਐਨਾਲਿਸਿਸ ਦਿੱਤੀ ਗਈ ਹੈ, CDR IPDR ਐਨਾਲਿਸਿਸ ਦੀ ਦਿੱਤੀ ਗਈ ਹੈ। ਇਹਦੇ ਜਿਹੜੇ ਰਿਲੇਟਿਵਸ ਹੈਗੇ ਆ ਮਿਲੀਆਂ ਨੇ ਇਹੋ ਜਿਹੇ ਹੁਣ ਤੱਕ ਦੀਆਂ ਇਹਨਾਂ ਦੀ ਬੈਂਕ ਅਕਾਊਂਟ ਦੇ ਵਿੱਚ ਅਸੀਂ ਸਾਡੇ ਕੋਲ ਕਾਫੀ ਅਸੀਂ ਰਿਕਾਰਡ ਲੈ ਲਿਆ ਹੈ ਇਹਦੀ ਟ੍ਰਾਂਜੈਕਸ਼ਨਸ ਦਾ। ਜਿੰਨੇ 2013 ਤੋਂ ਇਹਦੇ ਬੈਂਕ ਅਕਾਊਂਟਸ ਦੇ ਲੈ ਲਏ ਹੈਗੇ। ਇਹਦੀ ਜੇ ਕੋਈ ਬਾਹਰੋਂ ਵੀ ਇਹਨੂੰ ਟ੍ਰਾਂਜੈਕਸ਼ਨਸ ਦੇ ਪੈਸੇ ਆ ਰਹੇ ਆ ਉਹ ਵੀ ਕਿਸ ਪਰਪਸ ਲਈ ਆ ਰਹੇ ਆ ਉਹ ਵੀ ਸਾਰਾ ਅਸੀਂ ਕਰ ਲੈ ਲਿਆ ਗਿਆ। ਦੇਸ਼ਾਂ ਤੋਂ ਹੁਣ ਤੱਕ ਪਤਾ ਲੱਗਿਆ ਇਹਦੇ ਬੇਸਿਕਲੀ ਇਹਦੀ ਜਿਹੜੇ ਫੈਮਿਲੀ ਹੈਗੀ ਉਹ ਅਮਰੀਕਾ ਹੈ। ਅਮਰੀਕਾ ਤੋਂ ਸਾਨੂੰ ਇਹਨੂੰ ਕੋਈ ਪੈਸੇ ਆਉਂਦੇ ਆ। ਇਹਦੇ ਖਰਚੇ ਬਾਰੇ ਜੋ ਮੁੱਢਲੀ ਤਫਤੀਸ਼ 'ਚ ਆਇਆ ਵੀ ਇਹਦੇ ਖਰਚੇ ਲਈ ਆਉਂਦੇ ਆ ਪਰ ਅਸੀਂ ਵੀ ਆਰ ਸਟਿਲ ਵੈਰੀਫਾਈਂਗ ਇਟ ਵੀ ਐਗਜ਼ੈਕਟਲੀ ਕੀ ਹੈ। ਉਹ ਇਹਦੇ ਕਹਿੰਦੇ ਵੀ ਬੱਚੇ ਦੀ ਫੀਸ, ਘਰ ਦੇ ਖਰਚੇ ਵਾਸਤੇ ਕੁਝ ਛੋਟਾ ਅਮਾਊਂਟ ਹੈਗਾ 50-60 ਹਜ਼ਾਰ ਦਾ, ਪਰ ਉਹ ਪੂਰਾ ਚੈੱਕ ਕਰਨਾ ਪੈਂਦਾ, ਔਨ ਰਿਕਾਰਡ ਲੈਣਾ ਪੈਣਾ ਵੀ ਕਿੱਥੋਂ ਆ ਰਿਹਾ ਕੀ ਆ ਰਿਹਾ। ਉਹਦੀ ਪੂਰੀ ਅਸੀਂ ਡੂੰਘਾਈ ਨਾਲ ਤਫਤੀਸ਼ ਕਰਦੇ। ਧਾਰਮਿਕ ਤੌਰ 'ਤੇ ਇਹ ਅਸੀਂ ਤੁਹਾਨੂੰ ਦੱਸਿਆ ਵੀ ਇਹਨੇ ਪਿਛਲੀ ਇਸੀ 5 ਤਰੀਕ ਨੂੰ 5 ਸਤੰਬਰ ਨੂੰ ਇਹਨੇ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਸਾਹਿਬ ਲੁਧਿਆਣੇ ਤੋਂ ਇਹਨੇ ਅੰਮ੍ਰਿਤ ਛਕਿਆ ਹੈ। ਇਹ ਸਾਨੂੰ ਪਤਾ ਲੱਗਿਆ। ਇਹ ਸਾਨੂੰ ਪਤਾ ਵੀ ਇਹਦੇ ਫੋਨ ਕਾਲ ਰਿਕਾਰਡਸ ਤੋਂ ਫੋਨ 'ਤੇ ਜਦ ਅਸੀਂ ਇਹਦੀ ਸੋਸ਼ਲ ਮੀਡੀਆ ਇਹਦੀ ਫੋਟੋਆਂ ਚੈੱਕ ਕਰ ਰਹੇ ਸੀ ਉਹਦੇ 'ਚ ਇੱਕ ਫੋਟੋਗ੍ਰਾਫ ਆਉਂਦੀ ਹੈ ਜਿਹਦੇ 'ਚ ਇਹਨੇ ਪੱਗ ਬੰਨੀ ਹੋਈ ਹੈ ਤੇ ਉਹਦੇ 'ਚ ਜਦ ਅਸੀਂ ਪਤਾ ਕੀਤਾ ਕਿ ਵੀ ਇਹ ਕਿੱਥੇ ਦੀ ਫੋਟੋ ਹੈ ਕੀ ਹੈ ਤਾਂ ਸਾਨੂੰ ਪਤਾ ਲੱਗਿਆ ਵੀ
ਇਹਨੇ 5 ਤਰੀਕ ਨੂੰ ਗੁਰਦੁਆਰਾ ਸਾਹਿਬ 'ਚ ਲੁਧਿਆਣੇ 'ਚ ਦੁੱਖ ਨਿਵਾਰਨ ਸਾਹਿਬ 'ਚ ਇਹਨੇ ਅੰਮ੍ਰਿਤ ਛਕਿਆ ਹੈ। ਫਿਰ ਅਸੀਂ ਉੱਥੋਂ ਰਿਕਾਰਡ ਵੀ ਮੰਗਾਇਆ, ਉਹਦੇ 'ਚ ਵੀ ਜਿਹੜਾ ਉਹਨਾਂ ਦਾ ਐਤਵਾਰ ਦਾ ਦਿਨ ਹੈ 65 ਜਣਿਆਂ ਨੇ ਉਸ ਦਿਨ ਅੰਮ੍ਰਿਤ ਛਕਿਆ। 37ਵੇਂ ਨੰਬਰ 'ਚ ਇਹਦੀ ਐਂਟਰੀ ਦਰਜ ਹੈ ਕਿ ਇਹਨੇ ਉੱਥੇ ਅੰਮ੍ਰਿਤ ਛਕਿਆ। ਪਰ ਅੰਮ੍ਰਿਤ ਛਕਣ ਦਾ ਤੁਹਾਨੂੰ ਉਹਦੀ ਪੁੱਛਗਿੱਛ ਤੋਂ ਵੀ ਕਿਉਂ ਉਹਨੇ ਇਸ ਤਰ੍ਹਾਂ ਦਾ ਇੱਥੇ ਆ ਕੇ ਕੀਤਾ? ਦੇਖੋ, ਅਸੀਂ ਬੜੇ ਇਹਦੇ ਰਿਲੇਟਿਵਸ ਨੂੰ ਵੀ ਬੁਲਾ ਕੇ ਪੁੱਛ ਪੜਤਾਲ ਕਰ ਰਹੇ ਹਾਂ। ਇਹਦੇ ਘਰ ਦੇ ਕੋਲੋਂ ਲੁਧਿਆਣੇ ਤੋਂ ਵੀ ਅਸੀਂ ਪੁੱਛ ਪੜਤਾਲ ਕਰ ਰਹੇ ਹਾਂ ਵੀ ਕੀ ਹੋਇਆ, ਵੀ ਜਿਹੜਾ ਬੰਦਾ ਅੰਮ੍ਰਿਤ ਛਕਦਾ ਉਹਨੇ ਇਹ ਬੇਅਦਬੀ ਦਾ ਕਿੱਦਾਂ ਕੀਤਾ। ਪੁੱਛ ਪੜਤਾਲ ਤੋਂ ਕੁਝ ਸਾਨੂੰ ਪਤਾ ਲੱਗ ਰਿਹਾ, ਕੁਝ ਇਹਦਾ ਮੈਡੀਕਲ ਰਿਕਾਰਡ ਵੀ ਸਾਡੇ ਕੋਲ ਆਇਆ ਹੈ, ਜਿਹਦੇ 'ਚ ਇਹਨੂੰ ਸਿਕਟੋ ਇਫੈਕਟਿਵ ਡਿਸਆਰਡਰ ਦਾ ਇੱਕ ਉੱਥੇ ਦੇ ਡਾਕਟਰ ਸਾਹਿਬ ਹੈ, ਉਹਨਾਂ ਨੇ ਦੱਸਿਆ ਹੈ ਲੁਧਿਆਣੇ ਦੇ। ਬਟ ਇਹ ਸਾਰੀ ਚੀਜ਼ਾਂ ਅਸੀਂ ਅਜੇ ਵੈਰੀਫਾਈ ਕਰਨੀਆਂ, ਅਸੀਂ ਰਿਕਾਰਡ ਲੈਣਾ, ਅਸੀਂ ਡਾਕਟਰ ਦੀ ਸਟੇਟਮੈਂਟ ਲਵਾਂਗੇ। ਇਹ ਗੱਲਾਂ ਹਜੇ ਸਾਨੂੰ ਸੁਣਨ 'ਚ ਆ ਰਹੀਆਂ, ਕੁਝ ਜਿਹੜੇ ਪੁੱਛ ਪੜਤਾਲ ਕਰ ਰਹੇ ਇਹਦੇ ਰਿਲੇਟਿਵਸ ਤੋਂ ਜਾਂ ਇਹਦੇ ਘਰ ਦੇ ਕੋਲੋਂ ਇਹਦੇ ਪੜੋਸੀਆਂ ਤੋਂ ਅਸੀਂ ਪਤਾ ਕੀਤਾ, ਅਤੇ ਇਹ ਚੀਜ਼ਾਂ ਵੀ ਪੂਰੀ ਵੈਰੀਫਾਈ ਕੀਤੀ ਜਾ ਰਹੀਆਂ ਨੇ। ਕਿੰਨੀ ਪੁਰਾਣੀ ਹੈ ਸਰ? ਮੁੱਢਲੀ ਤਫਤੀਸ਼ 'ਚ ਅਸੀਂ ਅਜੇ ਰਿਕਾਰਡ ਇਕੱਠੇ ਕਰਨ 'ਚ ਹੈ। ਜੋ ਸਾਨੂੰ ਪਤਾ ਲੱਗਿਆ, ਅਸੀਂ ਇਹਦੇ ਪਰਿਵਾਰ ਵਾਲਿਆਂ ਤੋਂ ਵੀ ਪੁੱਛ ਪੜਤਾਲ ਕੀਤੀ ਆ। ਉਹਨਾਂ ਦੇ ਦੱਸਣ ਮੁਤਾਬਕ ਤਾਂ ਇਹਨੂੰ ਕੋਈ ਲਾ ਲਓ ਤੁਸੀਂ 14-15 ਸਾਲ ਤੋਂ ਇਹਨੂੰ ਇਹ ਪ੍ਰੋਬਲਮ ਦੱਸ ਰਿਹਾ ਹੈ। ਬਟ ਡੇਰੇ ਵਾਲਾ ਤੁਸੀਂ ਨਾਲ ਜੋੜਨ ਦੀ ਜਿਹੜੀ ਗੱਲ ਇਹਦੇ 'ਚ ਹੋਈ ਸੀ ਸਾਰੇ ਮਾਮਲੇ ਨੂੰ, ਡੇਰੇ ਦੇ ਇੱਕ ਸਮਰਥਕ ਜਿਹੜਾ ਦਾ ਰਿਸ਼ਤੇਦਾਰ ਹੈਗਾ, ਤੁਸੀਂ ਉਹਨੂੰ ਵੀ ਰਾਉਂਡ ਅਪ ਕੀਤਾ ਸੀਗਾ, ਪੁੱਛਗਿੱਛ ਉਹਦੇ ਤੋਂ ਵੀ ਕੀਤੀ ਸੀਗੀ, ਪਰ ਡੇਰੇ ਨਾਲ ਕਿਸ ਤਰ੍ਹਾਂ ਦਾ ਕਨੈਕਸ਼ਨ ਇਹਦਾ ਹੁਣ ਤੱਕ ਜਾਂਚ 'ਚ ਆਇਆ? ਜੀ ਇਹਦਾ ਡੇਰੇ ਨਾਲ ਇਹਦੀ ਫੈਮਿਲੀ ਦਾ ਕਨੈਕਸ਼ਨ ਰਿਹਾ ਹੈ। ਇਹਦੇ ਵਾਈਫ ਵੱਲੋਂ ਵੀ ਉਹ ਡੇਰਾ ਦੇ ਫੋਲੋਅਰ ਰਹੇ ਹੈ, ਡੇਰਾ ਸੱਚਾ ਸੌਦਾ ਦੇ ਇਹ ਫੋਲੋਅਰ ਰਹੇ ਹੈ। ਅਤੇ ਇੱਕ ਗੱਲ ਵੀ ਚੱਲੀ ਸੀ ਕੋਈ ਵੀ, ਇਹ ਕਹਿੰਦੇ 7 ਮੈਂਬਰੀ ਕਮੇਟੀ ਦਾ ਇਹਦੇ ਫਾਦਰ, ਇਹ ਵੀ ਸਾਨੂੰ ਸੁਣਨ 'ਚ ਆਇਆ ਸੀ ਵੀ ਮੈਂਬਰ ਹੈ, ਅਤੇ ਉਹ ਵੀ ਅਸੀਂ ਪੜਤਾਲ ਕੀਤੀ ਹੈ, ਸਾਰਾ ਰਿਕਾਰਡ ਵੀ ਇਕੱਠਾ ਕਰ ਰਹੇ ਹਾਂ। ਉਹ ਕੋਈ 9 ਸਾਲ ਪੁਰਾਣੀ ਗੱਲ ਹੈ, ਲੁਧਿਆਣੇ ਦੀ ਕਮੇਟੀ ਦੇ ਉਹ ਕਿਤੇ ਪਤਾ ਲੱਗ ਰਿਹਾ ਕਿ ਵੀ ਉਹ ਮੈਂਬਰ ਸੀਗੇ, ਉਹਦਾ ਵੀ ਰਿਕਾਰਡ ਲਿਆ ਜਾ ਰਿਹਾ ਹੈ। 9 ਸਾਲ ਪੁਰਾਣੀ ਗੱਲ ਹੈ। ਜੇ ਇਹਦਾ ਅਸੀਂ CDR ਐਨਾਲਿਸਿਸ ਦੇਖੀਏ ਤਾਂ ਇਹ ਪਿਛਲੇ 1 ਸਾਲ ਤੋਂ ਇਹਦੀ ਅਸੀਂ ਡਿਟੇਲ ਕਢਾਈ ਹੈ, ਇਹ ਡੇਰੇ ਵੱਲ ਜਾਣਾ ਨਹੀਂ ਪਾਇਆ ਗਿਆ। ਇਹਦੇ ਪਰਿਵਾਰ ਦਾ ਜ਼ਰੂਰ ਡੇਰੇ ਦੇ ਫੋਲੋਅਰਸ ਹੋ ਗਏ ਆ, ਪਰ ਇਹ ਪਿਛਲੇ 1 ਸਾਲ ਤੋਂ ਡੇਰੇ ਨਾਲ ਐਸੋਸੀਏਟਡ ਜਾਂ ਉਸ ਪਾਸੇ ਜਾਣਾ ਨਹੀਂ ਪਾਇਆ ਗਿਆ। ਫਿਲਹਾਲ ਸਾਡੇ ਕੋਲ ਕੋਈ ਇੱਦਾਂ ਦੀ ਕੌਨਸਪੀਰੇਸੀ ਵਾਲੀ ਕੋਈ ਗੱਲ ਨਹੀਂ ਆਈ ਹੈ ਕਿ ਇਹ ਜਿਹੜੀ ਚੱਲਦੀ ਸੀ ਅਟਕਲਾਂ ਵੀ ਇਹ ਕੌਨਸਪੀਰੇਸੀ ਦੇ ਤਹਿਤ ਇਹ ਕੀਤਾ ਗਿਆ ਹੈ। ਬਟ ਸਟਿਲ ਸਾਡੀ ਇਨਵੈਸਟੀਗੇਸ਼ਨ ਓਪਨ ਹੈ। ਸਾਰਾ ਇਹਦਾ ਅਸੀਂ ਰਿਕਾਰਡ ਜੇ ਤੁਸੀਂ ਦੇਖੋਗੇ, ਇਹਦਾ ਜੱਦਾ ਫੇਸਬੁੱਕ ਦਾ ਬਣੀ ਹੈ, ਇਹ ਸਾਰਾ ਇਹਦੇ ਫੇਸਬੁੱਕ ਦਾ ਰਿਕਾਰਡ ਹੈ ਇਹਦਾ। ਐਸਪੀ ਸਾਹਿਬ, ਗੱਲ ਇਹ ਹੈ ਵੀ ਕੁਝ ਮੰਨਿਆ, ਕੁਝ ਗੱਲ ਦੱਸੀ ਹੈ? ਦੇਖੋ ਜੀ, ਇਹ ਤਾਂ ਇਹਦੇ ਦੱਸਣ ਮੁਤਾਬਿਕ ਤੇ ਜੋ ਆਪਾਂ ਪੁੱਛਿਆ ਹੈ, ਜੋ ਆਲ ਦਲ ਦਾ ਰਿਕਾਰਡ ਅਸੀਂ ਲਿਆ ਗਿਆ ਹੈ, ਇਹ ਇੱਕ ਗੱਲ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਵੀ ਪਹਿਲਾਂ ਵੀ ਆਇਆ ਹੈ ਕਿ ਇਹਨੇ ਇੱਕ ਡੇਰੇ 'ਚ ਵੀ ਇਹਨੇ ਇਹੀ ਇੱਦਾਂ ਦੀ ਘਟਨਾ ਕੀਤੀ ਹੈ। ਕੁਝ ਡਾਕਟਰ ਦਾ ਰਿਕਾਰਡ ਵੀ ਮਿਲਿਆ ਜਿਹਨੂੰ ਸਟਿਲ ਵੀ ਆਰ ਵੈਰੀਫਾਈਂਗ ਇਟ। ਇਹਦਾ ਤਾਂ ਇਹ ਕਹਿਣਾ ਹੈ ਕਿ ਵੀ ਮੈਂ ਪਰੇਸ਼ਾਨੀ 'ਚ ਵੀ ਮੈਂ ਆਪਦੀ ਬਿਮਾਰੀ ਨਾਲ ਠੀਕ ਨਹੀਂ ਹੋ ਪਾ ਰਿਹਾ ਸੀ, ਉਸ ਰੋਸ 'ਚ ਮੈਂ ਇਹ ਬੇਅਦਬੀ ਕੀਤੀ ਹੈ, ਕਿਉਂਕਿ ਇਹ ਆਪਣੀ ਬਿਮਾਰੀ 'ਚ ਜਿਹੜਾ ਇਹਦਾ ਇਲਾਜ ਚੱਲਦਾ ਸੀ, ਕਹਿੰਦਾ ਮੈਨੂੰ ਮੈਂ ਜਿਹੜਾ ਅੰਮ੍ਰਿਤ ਛਕ ਕੇ ਵੀ ਠੀਕ ਹੋ ਜਾਵਾਂਗਾ। 1-2 ਦਿਨ 3 ਦਿਨ ਇਹਨੇ ਦੇਖਿਆ, ਜਦ ਠੀਕ ਨਹੀਂ ਹੋਇਆ ਫਿਰ ਇਹਨੇ ਉਸ ਰੋਸ 'ਚ ਇਹ ਬੇਅਦਬੀ ਕੀਤੀ ਹੈ। ਪਰ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਰੇ ਪਾਸੇ। ਇਹ ਪੜ੍ਹਿਆ ਲਿਖਿਆ ਨਹੀਂ ਹੈ ਜ਼ਿਆਦਾ ਜੀ, ਇਹ 5th ਕਲਾਸ ਤੱਕ ਪੜ੍ਹਿਆ, ਅਤੇ ਇਹ 2 ਸਾਲ ਪਹਿਲਾਂ ਤੱਕ ਇਹ ਦੁੱਧ ਦਾ ਇਹਦਾ ਕੰਮ ਸੀਗਾ, ਇਹ ਦੁੱਧ ਪਾਉਂਦਾ ਸੀ ਥਾਂ ਜਾ ਕੇ। ਇਹਨੇ ਆਪਦਾ ਇੱਕ ਛੋਟਾ ਹਾਥੀ ਰੱਖਿਆ ਹੋਇਆ ਸੀ, ਉਹਦੇ 'ਚ ਜਾ ਕੇ ਦੁੱਧ ਪਾਉਂਦੇ ਹੁੰਦੇ ਸੀ। ਬਟ 2 ਸਾਲ ਤੋਂ ਇਹ ਕੋਈ ਕੰਮ ਨਹੀਂ ਕਰ ਰਿਹਾ, ਅਤੇ ਫਿਲਹਾਲ ਇਹਦਾ 2 ਸਾਲ ਤੋਂ ਇਹ ਕੰਮ ਨਹੀਂ ਕਰ ਰਿਹਾ। ਬਾਕੀ ਇਹਦੇ ਪਰਿਵਾਰ ਦੀ ਫਾਈਨੈਂਸ਼ੀਅਲੀ ਹਾਲਤ ਕੀ ਹੈਗੀ ਹੈ? ਇਹਦਾ ਜਿਹੜਾ ਪਰਿਵਾਰ ਹੈ ਉਹ ਤਾਂ ਬਾਹਰ ਹੈ, ਜਿਵੇਂ ਇਹਦਾ ਬ੍ਰਦਰ ਵੀ ਬਾਹਰ ਹੈ, ਇਹਦੇ ਪੇਰੈਂਟਸ ਵੀ ਅਮਰੀਕਾ 'ਚ ਨੇ, ਠੀਕ ਆ। ਉਹ ਜਿਸ ਸਾਨੂੰ ਪਤਾ ਲੱਗਿਆ ਵੀ ਇਹਦੇ ਬ੍ਰਦਰ ਦਾ ਉੱਥੇ ਆਪਣਾ ਟਰਾਲਿਆਂ ਦਾ ਬਿਜ਼ਨਸ ਹੈ, ਅਤੇ ਇਹਦੇ ਫਾਦਰ ਕਿਸੇ ਗਰੋਸਰੀ ਸਟੋਰ 'ਚ ਉੱਥੇ ਲੱਗੇ ਹੋਏ ਨੇ, ਚੰਗੇ ਉੱਥੇ ਠੀਕ ਠਾਕ ਉਹਨਾਂ ਦੀ।
ਵਾਈਫ ਇਹਦੀ BA ਕੀਤੀ ਹੋਈ ਹੈ ਵਾਈਫ ਨੇ। ਉਹ ਵਿਆਹ ਤੋਂ ਬਾਅਦ ਉਹਨੇ ਫਿਰ PhD ਕੀਤੀ ਹੈ। ਉਹ ਪਹਿਲਾਂ ਪੜ੍ਹਾਉਂਦੀ ਵੀ ਰਹੀ ਹੈ, ਬਟ ਹੁਣ ਉਹ 1.5-2 ਸਾਲ ਤੋਂ ਕੋਈ ਕਹਿੰਦੇ ਵੀ ਘਰੇ ਪ੍ਰੋਬਲਮਸ ਵਗੈਰਾ, ਲੜਾਈ ਝਗੜੇ ਕਰਕੇ ਬੱਚੇ ਦੀ ਪੜ੍ਹਾਈ ਦੇਖਦੇ ਹੋਏ ਵੀ ਹੁਣ ਇਹਨਾਂ ਦਾ ਬੇਟਾ ਹੈ ਇੱਕ 14 ਸਾਲ ਦਾ, 9ਵੀਂ ਕਲਾਸ 'ਚ ਪੜ੍ਹਦਾ ਹੈ ਬੇਟਾ। ਕੁਝ ਘਰੇਲੂ ਲੜਾਈ ਵੀ ਸਾਹਮਣੇ ਆਈ ਹੈ ਜਿਹਦੇ ਕਰਕੇ ਪਰੇਸ਼ਾਨ ਰਹਿੰਦਾ ਹੈ ਕੋਈ? ਦੇਖੋ, ਅਸੀਂ ਇਹਦੇ ਪਰਿਵਾਰ ਤੋਂ ਅਸੀਂ ਪੁੱਛ ਕੀਤੀ ਹੈ, ਇਹਦੇ ਆਲੇ ਦੁਆਲਿਓਂ ਵੀ, ਘਰ ਦੇ ਉਹ ਤੋਂ ਵੀ ਪੁੱਛ ਕੀਤੀ ਹੈ, ਤੇ ਇਹਨਾਂ ਦੇ ਥੋੜ੍ਹਾ ਆਪਸ 'ਚ ਕੋਈ ਨਾ ਕੋਈ ਪ੍ਰੋਬਲਮ ਰਹੀ ਹੈ, ਲੜਾਈ ਝਗੜੇ ਦੀ ਗੱਲਾਂ ਹੁੰਦੀ ਰਹੀਆਂ, ਕੋਈ ਡਿਸਟਰਬਡ ਮਾਹੌਲ ਹੈ ਘਰੇ, ਉਹ ਚੱਲਦਾ ਰਿਹਾ। ਪਰ ਇਹਦੇ ਪਰਿਵਾਰ ਦੀ ਜੇ ਫਾਈਨੈਂਸ਼ੀਅਲੀ ਹਾਲਤ ਕੰਮ ਨਹੀਂ ਕਰ ਰਹੇ ਕਾਫੀ ਦੇਰ ਤੋਂ ਪਰਿਵਾਰਕ ਮੈਂਬਰ, ਤਾਂ ਫਿਰ ਕਿਸ ਤਰੀਕੇ ਦੇ ਨਾਲ ਖਰਚਾ ਚੱਲ ਰਿਹਾ ਜਾਂ ਅਕਾਊਂਟ ਨੂੰ ਕਿੱਦਾਂ ਤੁਸੀਂ ਉਹਨੂੰ ਮੈਚ ਕਰਕੇ ਦੇਖ ਰਹੇ ਹੋ? ਕਿਤੇ ਪੈਸੇ ਦੇ ਲਾਲਚ ਦੇ ਕੇ ਜਾਂ ਕੋਈ ਇਸ ਤਰ੍ਹਾਂ ਦੀ ਪਿੱਛੋਂ ਸਾਜ਼ਿਸ਼ ਕਰਕੇ ਤਾਂ ਨਹੀਂ ਇਹ ਤੁਹਾਡੇ ਜਵਾਬ? ਦੇਖੋ ਜੀ, ਕੋਈ ਅਨਈਵਨ ਕੋਈ ਇੱਦਾਂ ਦੀ ਟ੍ਰਾਂਜੈਕਸ਼ਨ ਨਹੀਂ ਆ। ਅਸੀਂ ਤਾਂ ਸਾਰਾ ਬੈਂਕ ਅਕਾਊਂਟ ਡਿਟੇਲਸ ਲੈ ਲਈਆਂ ਨੇ ਅਸੀਂ। ਇਹਦੇ ਬਾਹਰੋਂ ਜੇ ਪੈਸਾ ਆ ਵੀ ਰਿਹਾ ਤਾਂ ਇਹਨੂੰ ਇਹਦੀ ਫੈਮਿਲੀ ਬ੍ਰਦਰ ਵੱਲੋਂ ਆ ਰਿਹਾ, ਜਿੰਨਾ ਆ ਰਿਹਾ। ਇਹਨਾਂ ਦੇ ਖਰਚੇ ਹੈ, ਕੋਈ ਬੱਚੇ ਦੀ ਫੀਸ ਹੈ, ਇਹਨੇ ਕੋਈ ਗੱਡੀ ਰੱਖੀ ਹੋਈ ਹੈ, ਗੱਡੀ ਦੀ ਕਿਸ਼ਤ ਹੈ, ਉਸ ਹਿਸਾਬ ਨਾਲ ਟ੍ਰਾਂਜੈਕਸ਼ਨਸ ਦੇ ਹਿਸਾਬ ਨਾਲ ਪੈਸੇ ਆ ਰਹੇ ਆ। ਫਿਲਹਾਲ ਸਾਡੇ ਕੋਲ ਕੋਈ ਅਨਈਵਨ ਟ੍ਰਾਂਜੈਕਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ ਕੋਈ ਬਲਕ 'ਤੇ ਪੈਸਾ ਦਿੱਤਾ ਗਿਆ ਉੱਦਾਂ ਦਾ ਨਹੀਂ ਆਇਆ, ਪਰ ਕਿਉਂਕਿ ਕਾਫੀ ਰਿਕਾਰਡ ਹੈ, ਅਸੀਂ ਹੁਣ 13 ਔਨਵਰਡਸ ਲੈ ਲਿਆ ਹੈ ਰਿਕਾਰਡ। ਉਹ ਸਾਰਾ ਰਿਕਾਰਡ ਚੈੱਕ ਕਰਨਾ ਪੈਂਦਾ ਹੈ, ਦੇਖ ਕੇ ਫਿਰ ਉਹਨੂੰ ਵੈਰੀਫਾਈ ਵੀ ਕਿੱਥੋਂ ਆਇਆ, ਜੇ ਕਿਸੇ ਦਾ ਹੈ ਕਿੱਥੋਂ ਆਇਆ, ਉੱਥੇ ਵੀ ਤਸਦੀਕ ਕਰਨਾ tedious ਪ੍ਰੋਸੈਸ ਹੈ, ਤੇ ਵੀ ਆਰ ਇਨਟੂ ਦੈਟ ਪ੍ਰੋਸੈਸ। ਜਾਂਚ ਦੇ ਵੀ ਸਰ ਇਹ ਵੀ ਦੱਸੋ, ਮਤਲਬ ਜਿਹੜੀ ਤੁਸੀਂ ਦੱਸਿਆ ਫਾਦਰ ਹੈ, ਬ੍ਰਦਰ ਹੈ, ਇਹਦੀ ਫੈਮਿਲੀ ਹੈ, ਪੇਮੈਂਟ ਪਾਉਂਦੀ ਹੈ ਕੋਈ ਯੂਐਸ ਡਾਲਰ, ਕੋਈ ਇੱਦਾਂ ਦਾ ਫੈਮਿਲੀ ਤੋਂ ਬਿਨਾਂ ਵੀ ਹੈ ਕੋਈ ਬੰਦਾ ਉੱਥੇ ਜਿਹੜਾ ਇਹਨੂੰ ਅਨਨੋਨ ਪਰਸਨ ਹੋਵੇ, ਜਿਹੜਾ ਫੈਮਿਲੀ ਨਾਲ ਕੋਈ ਰਿਲੇਸ਼ਨ ਨਾ ਹੋਵੇ, ਉਹ ਬੰਦੇ ਨੇ ਟ੍ਰਾਂਜੈਕਸ਼ਨ ਕੀਤੀ? ਨਹੀਂ, ਫਿਲਹਾਲ ਸਾਡੇ ਕੋਲ ਇੱਦਾਂ ਦੀ ਕੋਈ ਟ੍ਰਾਂਜੈਕਸ਼ਨ ਨਹੀਂ ਆਈ ਵੀ ਜੇ ਫੈਮਿਲੀ ਤੋਂ ਬਾਹਰ ਕਿਸੇ ਨੇ ਇਹਨੂੰ ਅੱਡ ਕੰਮ ਲਈ ਪੈਸੇ ਦਿੱਤੇ ਹੋਏ। ਪਤਾ ਲੱਗਿਆ ਵੀ ਇਹਦੀ ਫੈਮਿਲੀ ਜਿਹੜੀ ਬਾਹਰ ਆਉਂਦੀ ਉਹ ਕਿੱਥੇ ਡੇਰੇ ਨਾਲ ਤਾਂ ਨਹੀਂ ਜੁੜੀ ਹੋਈ, ਜੇ ਡੇਰੇ ਦੇ ਸਮਰਥਕ ਆ ਉਹ ਫੈਮਿਲੀ ਵੀ ਇਹਦੀ ਬਾਹਰ ਜਿਹੜੀ ਜ਼ਿਆਦਾ ਫਾਰਮ ਉਹ ਡੇਰੇ ਦੇ ਨਾਲ ਸਮਰਥਕ ਹੈ ਕਿੱਦਾਂ? ਦੇਖੋ, ਪਹਿਲਾਂ ਤਾਂ ਸੀਗੇ ਹੀ ਡੇਰੇ ਦੇ ਨਾਲ, ਪਰ ਮੈਂ ਤੁਹਾਨੂੰ ਦੱਸ ਰਿਹਾ ਕਿ ਵੀ ਇਹਦਾ ਸਾਲ ਤੋਂ ਇਹਦਾ ਹੁਣ ਕੋਈ ਕਨੈਕਸ਼ਨ ਨਹੀਂ ਹੈ ਇਹਦਾ ਸਾਨੂੰ। ਉਹ ਜਿਹੜੇ ਬੰਦੇ ਬਾਹਰ ਅਮਰੀਕਾ ਉਹਦੇ ਜਿਹੜੇ ਇਹਨੂੰ ਪੈਸੇ ਪਾ ਰਹੇ ਆ ਉਹ ਬੰਦਿਆਂ ਦਾ ਡੇਰੇ ਦੇ ਨਾਲ ਲਿੰਕ ਹੈ? ਉਹ ਤਾਂ ਹੁਣ ਆਪਣਾ ਜੌਬ ਕਰ ਰਿਹਾ ਜੀ। ਉਹਦਾ ਫਾਦਰ ਦਾ ਸੀਗਾ ਕਨੈਕਸ਼ਨ, ਫਾਦਰ ਦਾ ਵੀ 9 ਸਾਲ ਪਹਿਲਾਂ ਦਾ ਕਨੈਕਸ਼ਨ ਦੱਸਿਆ ਜਾ ਰਿਹਾ। ਤੁਹਾਡੀ ਗੱਲ ਹੋਈ ਇਸ ਇਸ਼ੂ ਤੇ, ਜਿਹੜੇ ਯੂਐਸ ਜਿਹੜੇ ਇਹਦਾ ਫਾਦਰ ਹੈ, ਬ੍ਰਦਰ ਹੈ, ਇਹ ਤੁਹਾਡੇ ਮੁੰਡੇ ਨੇ ਇੱਥੇ ਕੰਮ ਕੀਤਾ? ਬਿਲਕੁਲ, ਅਸੀਂ ਤਾਂ ਕੋਈ ਪੱਖ ਨਹੀਂ ਛੱਡਿਆ, ਅਸੀਂ ਸਾਰੇ ਪਾਸੇ ਗੱਲ ਕਰਕੇ ਕਰ ਰਹੇ ਹਾਂ ਵੀ ਇੱਦਾਂ ਦਾ ਜੋ ਘਟਨਾ ਹੈ। ਫਾਦਰ ਨੇ ਕੀ ਕਿਹਾ, ਕਿਉਂਕਿ ਉਹ ਮੈਂਬਰ ਰਿਹਾ ਉੱਥੇ? ਜਿਹਨੂੰ ਵੀ ਜੀ ਕਿਹੜਾ ਇਸ ਗੱਲ ਨੂੰ ਉਹ ਕਹਿ ਸਕਦਾ, ਸਾਰੇ ਜੀ ਇਹਦੀ ਸਖਤੀ ਨਾਲ ਅਗਲੇ ਨਿੰਦਾ ਕਰਦੇ ਆ, ਪਰ ਇਹ ਕਹਿਣ ਦਾ ਹੈ ਹਰੇਕ ਇਸ ਗੱਲ ਦੀ ਨਿੰਦਾ ਕਰਦਾ, ਪਰ ਅਸੀਂ ਪੂਰੀ ਇਹਦੀ ਹੁਣ ਤਫਤੀਸ਼ ਕਰ ਰਹੇ ਹਾਂ ਵੀ ਐਗਜ਼ੈਕਟਲੀ ਹੈ ਕੀ।